ਵਾਹਿਗੁਰੂ ਵਾਹਿਗੁਰੂ ਜੀ। ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਪੇ ਸਚ ਨਾਨਕ ਹੋਸੀ ਪੇ ਸਚ। ਆਦ ਸਚ ਜੁਗਾਦ ਸਚ ਹੈ ਪੇ ਸਚ ਨਾਨਕ ਹੋਸੀ ਪੇ ਸਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰ ਨਾ ਕੋਇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ
श्री वाहिगुरु। साहिब जीओ सोरठ महला पंजवा। गुरपुरै कीती पूरी प्रभ रव रहिया भरपूरी। गुरपुरै कीती पूरी प्रभ रव रहिया भरपूरी। खेम कुशल पिया इशनाना पार ब्रह्म विटोह कुर्बाना। गुर के चरण कवल रिद तारे बिगन न लागे तिल का कोई। कारज सगल सवारे रहाओ मिल साधु दुर्मत खोए। पतित पुनीत सब होए रामदास सरोवर नाते। सब लाथे पाप कमाते गुण गोबिंद नित गाइए। साध संग मिलत आइए मन बांछत फल पाए। गुर पूरा हृदय ते आए गुर गोपाल आनंदा। जप जप जीवै परमानंदा। जन नानक नाम त्याया प्रभु अपना बिरद रखाया। जन नानक नाम त्याया प्रभु अपना बिरद रखाया। वाहिगुरु जी का खालसा वाहिगुरु जी की फतेह। चवर छतर तखत दे मालक दो जहाना दे वाली बादशाह दरवेश समुची कायनात दे रहबर ज़हरा जहूर हाजरा हजूर सर्ब कला भरपूर आलमे रोशन रोशने चिराग मुर्शदे कामल नूरे नज़र बरदो आलम शाह। पीरां दे पीर बाबियां दे बाबे जोगियां दे जोगी नाथां दे नाथ गुरुआं दे गुरु जुग हो जुग अटल
ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ, ਸਮੁੱਚੀ ਕਾਇਨਾਤ ਨੂੰ ਇੱਕ ਪਰਮਾਤਮਾ ਦੇ ਚਰਨਾਂ ਨਾਲ ਜੋੜਨ ਵਾਲੇ, ਰਾਜਾਨ ਰਾਜ ਭਾਨ ਭਾਨ ਦੇਵਾਨ ਦੇਵ ਉਪਮਾ ਮਹਾਨ, ਤਖਤੇ ਹਕੀਕਤ ਸੁਭਾਏ ਮਾਨ, ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਸਤ ਸੰਗੀ ਜਨੋ, ਬਹੁਤ ਹੀ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਦੇ ਨਾਲ ਨਾਲ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰੂਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੀ ਵਿਖੇ ਸਤਿਗੁਰਾਂ ਜੀ ਦੇ ਚਰਨਾਂ ਅੰਦਰ ਅੱਜ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਦੇ ਅੰਦਰ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਰਹੇ ਹਾਂ, ਜਿਨ੍ਹਾਂ ਦੀ ਬਾਬਤ ਕਲਗੀਧਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪਾਕ ਪਵਿੱਤਰ ਬਚਨ ਉਚਾਰਨ ਕੀਤੇ। ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ, ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ। ਐਸੇ ਮਹਾਨ ਸਤਿਗੁਰਾਂ ਜੀ ਦੇ ਦਰ ਤੇ ਆਪ ਸਾਰੀਆਂ ਹੀ ਸੰਗਤਾਂ ਦੂਰੋਂ ਨੇੜਿਓਂ ਚੱਲ ਕਰਕੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਜੀ ਦੇ ਦਰ ਤੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਵੱਡੇ ਭਾਗਨ ਆਪ ਜੀ ਨੂੰ ਪਤਾ ਹੀ ਹੈ ਕਿ ਹਰ ਐਤਵਾਰ ਨੂੰ ਇਸ ਪਾਵਨ ਅਸਥਾਨ ਤੇ ਜਿੱਥੇ ਰੋਜ਼ਾਨਾ ਦੇ ਦਿਨਾਂ ਵਿੱਚ ਹਜ਼ਾਰਾਂ ਸੰਗਤਾਂ ਜਿਹੜੀਆਂ ਨੇ ਇਸ ਪਾਵਨ ਪਵਿੱਤਰ ਦਰ ਉੱਪਰ ਹਾਜ਼ਰੀਆਂ ਭਰਦੀਆਂ ਨੇ, ਉੱਥੇ ਹੀ ਲੱਖਾਂ ਸੰਗਤਾਂ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤਰੀ ਤੱਕ ਇਸ ਪਾਵਨ ਅਸਥਾਨ ਉੱਪਰ ਆਪਣੀਆਂ ਹਾਜ਼ਰੀਆਂ ਭਰ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੀਆਂ ਹਨ। ਆਓ ਇੱਕ ਪਾਵਨ ਪਵਿੱਤਰ ਬਚਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਵੱਲੋਂ ਉਚਾਰਨ ਕੀਤਾ ਹੋਇਆ ਉਹ ਬਚਨ ਕਹਿ ਕੇ ਆਪਾਂ ਅੱਜ ਦੀ ਪਾਵਨ ਵਿਚਾਰ ਦੀ ਆਰੰਭਤਾ ਕਰਾਂਗੇ। ਗੁਰਮੁਖੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਚਨ ਕਰਦੇ ਨੇ ਬਿਲਾਵਲ ਰਾਗ ਦੇ ਅੰਦਰ। ਅੰਗ ਹੈ 799, ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤਾ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਗੁਰੂ ਰਾਮਦਾਸ ਮਹਾਰਾਜ ਜੀ ਇੱਕ ਬਚਨ ਕਰਦੇ ਨੇ ਤੇ ਆਵਾਜ਼ ਮਾਰ ਕੇ ਸਾਰਿਆਂ ਨੂੰ ਬੁਲਾਉਂਦੇ ਨੇ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਵਾਜ਼ ਮਾਰ ਕੇ ਬੁਲਾਇਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਮਹਾਰਾਜ ਨੇ ਆਵਾਜ਼ ਮਾਰ ਕੇ ਆਖਿਆ, ਆਓ ਗੁਰੂ ਕੇ ਪਿਆਰਿਓ, ਸਾਰੇ ਰਲ ਕੇ ਆਪਾਂ ਗੁਰਬਾਣੀ ਨੂੰ ਗਾਇਨ ਕਰੀਏ। ਹੁਣ ਦੂਜਾ ਬਚਨ ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਕਰ ਰਹੇ ਨੇ, ਰਾਗ ਬਿਲਾਵਲ ਹੈ। ਗੁਰੂ ਰਾਮਦਾਸ ਪਾਤਸ਼ਾਹ
ਉਹਨਾਂ ਰੱਬ ਦੇ ਪਿਆਰਿਆਂ ਨੂੰ, ਸੰਤ ਜਨਾਂ ਨੂੰ, ਜਿਨ੍ਹਾਂ ਦਾ ਧਿਆਨ ਪਰਮੇਸ਼ਵਰ ਦੇ ਚਰਨਾਂ ਵਿੱਚ ਲੱਗਣ ਲੱਗਾ, ਜਿਹੜੇ ਅਧਿਆਤਮਕ ਦੇ ਰਸਤੇ ਤੇ ਤੁਰਨ ਲੱਗੇ, ਜਿਨ੍ਹਾਂ ਦੇ ਮਨ ਅੰਦਰ ਪ੍ਰਮਾਤਮਾ ਪਰਮੇਸ਼ਵਰ ਨੂੰ ਮਿਲਣ ਦਾ ਚਾਅ ਪੈਦਾ ਹੋਇਆ, ਉਹਨਾਂ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ, ਆਓ ਗੁਰੂ ਕੇ ਪਿਆਰਿਓ, ਆਵੋ ਸੰਤ ਮਿਲੋ ਮੇਰੇ ਭਾਈ। ਆਓ ਰੱਬ ਦੇ ਸੰਤ ਜਨੋ, ਆਪਾਂ ਸਾਰੇ ਆ ਕੇ ਮਿਲੀਏ। ਮਿਲ ਕੇ ਕੀ ਕਰੀਏ? ਮਿਲ ਹਰ ਹਰ ਕਥਾ ਕਰੋ। ਆਓ ਸਾਰੇ ਰਲ ਕੇ ਆਪਾਂ ਮਿਲ ਕੇ ਉਸ ਹਰੀ ਪ੍ਰਮਾਤਮਾ ਦੀ ਕਥਾ ਨੂੰ ਕਰੀਏ। ਹਰੀ ਪ੍ਰਮਾਤਮਾ ਦੀ ਕਥਾ ਕਰੀਏ, ਭਾਵ ਉਸ ਦਾ ਕਥਨ ਕਰੀਏ, ਉਸ ਦੇ ਗੁਣ ਗਾਈਏ। ਦੇਖੋ ਗੁਰਮੁਖੋ, ਯਾਦ ਰੱਖਣਾ, ਸਤਿਗੁਰੂ ਜੀ ਸਾਨੂੰ ਆਵਾਜ਼ ਮਾਰਦੇ ਨੇ ਤੇ ਇੱਕ ਸੰਦੇਸ਼ ਦਿੰਦੇ ਨੇ ਕਿ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਕੱਠੇ ਹੋ ਕੇ ਪਰਮੇਸ਼ਵਰ ਦੀ ਕਥਾ ਕਰਨੀ ਚਾਹੀਦੀ ਹੈ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਅਗਲੀ ਪੰਕਤੀ ਹੈ, ਹਰ ਹਰ ਨਾਮ ਬੋਹਿਤ ਹੈ ਕਲ ਯੁਗ, ਖੇਵਟ ਗੁਰ ਸ਼ਬਦ ਤਰੋ। ਸਹਿਬ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਹੜਾ ਹਰੀ ਦਾ ਨਾਮ ਹੈ ਨਾ, ਇਹ ਮਾਨੋ ਜਹਾਜ਼ ਹੈ, ਬੋਹਿਤ ਹੈ। ਜਿਵੇਂ ਮਲਾਹ ਜਹਾਜ਼ ਚਲਾਉਂਦਾ ਹੈ, ਇਸੇ ਤਰ੍ਹਾਂ ਨਾਮ ਜਹਾਜ਼ ਹੈ ਤੇ ਮਲਾਹ ਕੌਣ ਹੈ? ਗੁਰੂ ਹੈ। ਗੁਰੂ ਮਲਾਹ ਬਣ ਕੇ ਨਾਮ ਦਾ ਜਹਾਜ਼ ਸਾਨੂੰ ਬਖਸ਼ਿਸ਼ ਕਰਦਾ ਹੈ। ਤੇ ਸਾਹਿਬ ਕਹਿੰਦੇ ਨੇ, ਖੇਵਟ ਗੁਰ ਸ਼ਬਦ ਤਰੋ। ਗੁਰੂ ਦੇ ਸ਼ਬਦ ਦੇ ਰਾਹੀਂ ਇਸ ਜਹਾਜ਼ ਵਿੱਚ ਬੈਠ ਕੇ ਨਾਮ ਦੇ ਨਾਲ ਜੁੜ ਕੇ ਜੇ ਗੁਰੂ ਮਲਾ ਬਣੇ ਤੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਇਸ ਸੰਸਾਰ ਸਮੁੰਦਰ ਦੇ ਵਿੱਚੋਂ ਬੜੇ ਸੌਖੇ ਤਰੀਕੇ ਨਾਲ ਪਾਰ ਹੋ ਸਕਦਾ ਹੈ। ਫਿਰ ਅਗਲੀਆਂ ਪੰਕਤੀਆਂ ਦੋ ਹੋਰ ਬੜੀਆਂ ਪਿਆਰੀਆਂ ਨੇ। ਸਾਹਿਬ ਕਹਿੰਦੇ ਨੇ, ਮੇਰੇ ਮਨ ਹਰ ਗੁਣ ਹਰ ਉਚਰੋ। ਹੇ ਮੇਰੇ ਮਨ, ਤੂੰ ਹਰੀ ਦੇ ਪਰਮੇਸ਼ਵਰ ਦੇ ਗੁਣ ਗਾ, ਉਸ ਹਰੀ ਦੇ ਨਾਮ ਦਾ ਉਚਾਰਨ ਕਰ। ਭਾਵ ਐ ਮਨ ਤੂੰ ਪਰਮੇਸ਼ਵਰ ਦਾ ਨਾਮ ਜਪਿਆ ਕਰ। ਤੇ ਅਗਲੀ ਪੰਕਤੀ ਵਿੱਚ ਮਹਾਰਾਜ ਨੇ ਕਿਹਾ, ਮਸਤਕ ਲਿਖਤ ਲਿਖੇ ਗੁਣ ਗਾਏ। ਜਿਨ੍ਹਾਂ ਦੇ ਮਸਤਕ ਤੇ ਲਿਖਿਆ ਸੀ ਗੁਣ ਗਾਉਣਾ ਪਰਮੇਸ਼ਵਰ ਦਾ, ਉਹਨਾਂ ਨੇ ਪਰਮੇਸ਼ਵਰ ਦੇ ਗੁਣ ਗਾਏ। ਗੁਰਮੁਖੋ, ਇਹ ਵੀ ਜੇ ਸਤਿਗੁਰੂ ਰਹਿਮਤ ਕਰੇ ਤਾਂ ਗੁਣ ਪਰਮੇਸ਼ਵਰ ਦੇ ਗਾਏ ਜਾਂਦੇ ਨੇ, ਜੇ ਪਰਮੇਸ਼ਵਰ ਆਪ ਕਿਰਪਾ ਕਰੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਮਸਤਕ ਲਿਖਤ ਲਿਖੇ ਗੁਣ ਗਾਏ। ਕਹਿੰਦੇ ਨੇ, ਜਿਨ੍ਹਾਂ ਦੇ ਮੱਥੇ ਦੇ ਲੇਖ ਲਿਖੇ, ਮਸਤਕ ਦੇ ਲੇਖ ਲਿਖੇ ਹੋਏ, ਉਹਨਾਂ ਨੇ ਪਰਮੇਸ਼ਵਰ ਦੇ ਗੁਣ ਗਾਏ। ਫਿਰ ਕਹਿੰਦੇ ਨੇ, ਮਿਲ ਸੰਗਤ ਪਾਰ ਪਰੋ। ਹੇ ਮੇਰੇ ਮਨ, ਤੂੰ ਵੀ ਸਤ ਸੰਗਤ ਕਰਿਆ ਕਰ। ਗੁਰੂ ਰਾਮਦਾਸ ਆਪਣੇ ਆਪ ਨੂੰ ਮੁਖਾਤਿਬ ਕਰਕੇ ਸਾਨੂੰ ਦੁਨਿਆਵੀ ਜੀਵਾਂ ਨੂੰ ਸਮਝਾਉਂਦੇ ਨੇ, ਪਿਆਰਿਓ, ਕਿ ਐ ਮੇਰੇ ਮਨ, ਤੂੰ ਵੀ ਸੰਗਤ ਕਰਿਆ ਕਰ, ਸਤ ਸੰਗਤ ਵਿੱਚ ਜਾਇਆ ਕਰ, ਉੱਥੇ ਬੈਠ ਕੇ ਹਰੀ ਪਰਮੇਸ਼ਵਰ ਦੇ ਨਾਮ ਦਾ ਉਚਾਰਨ ਕਰਿਆ ਕਰ, ਜਿਸ ਨਾਲ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਹੋ ਸਕੀਦਾ ਹੈ। ਆਓ ਆਪਾਂ ਸਾਰੇ ਰਲ ਮਿਲ ਕੇ ਉਸ ਪਰਮੇਸ਼ਵਰ, ਉਸ ਪਰਮਾਤਮਾ ਦੀ ਕਥਾ ਕਰਨ ਵਾਸਤੇ, ਪਰਮੇਸ਼ਵਰ ਦੇ ਗੁਣ ਗਾਣ ਵਾਸਤੇ ਸਤਿਗੁਰਾਂ ਜੀ ਦੇ ਦਰ ਤੇ ਹਾਜ਼ਰ ਹੋਏ ਆ, ਨਤਮਸਤਕ ਹੋ ਰਹੇ ਆ। ਆਪ ਜੀਆਂ ਨੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਰੱਬੀ ਬਾਣੀ ਦਾ ਕੀਰਤਨ, ਆਸਾ ਕੀ ਵਾਰ ਦਾ ਕੀਰਤਨ, ਸ਼ਬਦ ਕੀਰਤਨ ਆਪ ਜੀ ਨੇ ਹਜ਼ੂਰੀ ਰਾਗੀ ਜਥੇ ਪਾਸੋਂ ਸ਼ਰਵਣ ਕੀਤਾ ਹੈ। ਆਓ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਆਪਾਂ ਰੋਜ਼ ਗੁਰਬਾਣੀ ਦੀ ਕਥਾ ਸ਼ਰਵਣ ਕਰਦੇ ਹਾਂ, ਕੀਰਤਨ ਤੋਂ ਬਾਅਦ ਅੱਜ ਆਪਾਂ ਗੁਰਮੁਖੋ, ਜਿੱਥੇ ਰੋਜ਼ਾਨਾ ਪਿਛਲੇ ਕਈ ਸਮੇਂ ਤੋਂ ਆਪਾਂ ਹੁਕਮਨਾਮੇ ਦੀ ਪਾਵਨ ਵਿਚਾਰ ਜੋ ਹੈ
ਇਸ ਸਥਾਨ ਤੋਂ ਆਪਾਂ ਸ਼ਰਵਣ ਕਰਦੇ ਸਾਂ। ਅੱਜ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਜੋਦੜੀ ਕੀਤੀ ਹੈ, ਇੱਕ ਬੇਨਤੀ ਕੀਤੀ ਹੈ, ਅਰਦਾਸ ਕੀਤੀ ਹੈ। ਸਤਿਗੁਰੂ ਸਾਨੂੰ ਆਪਣੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੋੜ ਲਵੋ, ਸਾਨੂੰ ਆਪਣੀ ਪਾਵਨ ਬਾਣੀ ਦੀ ਵਿਚਾਰ ਬਖਸ਼ੋ। ਤੇ ਇੱਕ ਜੋਦੜੀ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਅਰਦਾਸ ਕਰਕੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਅੰਦਰ ਅੱਜ ਗੁਰਮੁਖੋ ਇਸ ਪਾਵਨ ਅਸਥਾਨ ਤੋਂ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਅੱਜ ਸਤਿਗੁਰਾਂ ਜੀ ਦੇ ਤਰਸ ਦੇ ਨਾਲ ਆਰੰਭ ਕਰਨ ਲੱਗੇ ਹਾਂ। ਸਤਿਗੁਰੂ ਜੀ ਤਰਸ ਕਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰੂ ਜੀ ਆਪ ਹੀ ਆਪਣਾ ਮੇਰ ਭਰਿਆ ਹੱਥ ਰੱਖਣ। ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਵੇਂ ਆਪ ਜੀ ਨੇ ਛੱਜੂ ਚੀਵਰ ਜੀ ਦੇ ਸਿਰ ਤੇ ਆਪਣੀ ਮਿਹਰ ਭਰੀ ਛੜੀ ਰੱਖ ਕੇ ਗੀਤਾ ਦੇ ਅਰਥ ਕਰਵਾ ਲਏ, ਜਿਸ ਨੂੰ ਸੰਸਾਰੀ ਦੁਨਿਆਵੀ ਵਿਦਿਆ ਦਾ ਕੋਈ ਗਿਆਨ ਨਹੀਂ, ਜਿਹਨੂੰ ਕੋਈ ਸੰਸਾਰ ਦਾ ਗਿਆਨ ਨਹੀਂ। ਤੇ ਗੁਰਮੁਖੋ ਜਿਹੜਾ ਨਾ ਕਦੇ ਸਕੂਲ ਗਿਆ ਨਾ ਪੜਿਆ, ਉਸ ਤੇ ਵੀ ਜਦੋਂ ਕੋਲ ਬਿਠਾ ਆਪਣੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪਣੀ ਛੜੀ ਰੱਖੀ ਤੇ ਸਤਿਗੁਰਾਂ ਨੇ ਗੀਤਾ ਦੇ ਅਰਥ ਕਰਵਾ ਦਿੱਤੇ। ਉਹ ਵੀ ਇੱਕ ਪ੍ਰਕਾਰ ਨਾਲ ਨਹੀਂ, ਅਨੇਕਾਂ ਪ੍ਰਕਾਰ ਦੇ ਨਾਲ। ਤੇ ਗੁਰਮੁਖੋ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ, ਆਪ ਹੀ ਸਤਿਗੁਰੂ ਮਿਹਰ ਭਰੀ ਛੜੀ ਰੱਖ ਕੇ ਇਸ ਪਾਵਨ ਵਿਚਾਰ ਦੀ ਆਰੰਭਤਾ ਕਰਵਾ ਲੈਣ। ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਆਪਾਂ ਲੜੀਵਾਰ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਤੋਂ ਸ਼ੁਰੂ ਕਰਦੇ ਹਾਂ। ਤੇ ਗੁਰਮੁਖੋ ਸਭ ਤੋਂ ਪਹਿਲੀ ਜਿਹੜੀ ਬਾਣੀ ਹੈ ਉਸ ਬਾਣੀ ਦਾ ਨਾਮ ਹੈ ਜਪ। ਤੇ ਆਪਾਂ ਸਤਿਕਾਰ ਨਾਲ ਦੋ ਸ਼ਬਦ ਹੋਰ ਵਰਤਦੇ ਹਾਂ, ਜੀ ਅਤੇ ਸਾਹਿਬ। ਬਾਣੀ ਦਾ ਸਿਰਲੇਖ ਹੈ ਜਪ, ਤੇ ਆਪਾਂ ਪਿਆਰ ਨਾਲ ਆਖਦੇ ਹਾਂ ਜਪ ਜੀ ਸਾਹਿਬ। ਆਓ ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਵੀ ਸ਼ਰੀਰ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਆ, ਦਿਓ ਪਿਆਰ ਦਾ ਸਬੂਤ, ਲਵਾਓ ਹਾਜ਼ਰੀਆਂ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਹੀ ਦੋਵੇਂ ਹੱਥ ਜੋੜ ਕੇ ਬਾ ਸ਼ਰਧਾ ਬਾ ਵੈਰਾਗ ਜਿੱਥੇ ਜਿੱਥੇ ਵੀ ਆਪ ਜੀ ਜੁੜ ਬੈਠੇ ਹੋ, ਜਾਂ ਜੋ ਸੰਗਤਾਂ ਆਪਣੇ ਘਰਾਂ ਵਿੱਚ ਬੈਠ ਕੇ ਗੁਰਬਾਣੀ ਦਾ ਅਕਾਲ ਸਹਾਇ ਟੀਵੀ ਦੁਆਰਾ ਫੇਸਬੁੱਕ ਅਤੇ YouTube ਚੈਨਲ ਦੇ ਉੱਪਰ ਆਪ ਜੀ ਆਪਣੇ ਘਰਾਂ ਵਿੱਚ ਜੁੜ ਬੈਠੇ ਹੋ, ਸੋ ਆਓ ਸਾਰੀ ਸਾਧ ਸੰਗਤ ਜੀਓ ਰਲ ਮਿਲ ਕੇ ਰਸਨਾ ਨੂੰ ਪਵਿੱਤਰ ਕਰੀਏ। ਸਤਿਨਾਮ ਵਾਹਿਗੁਰੂ ਕਹਿ ਕੇ ਰਸਨਾ ਨੂੰ ਪਵਿੱਤਰ ਕਰ ਆਪਾਂ ਅੱਜ ਦੀ ਹਾਜ਼ਰੀਆਂ ਲਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਹੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਆਖੋ ਸਤਿਨਾਮ ਵਾਹਿਗੁਰੂ। ਸਾਰੀ ਸੰਗਤ ਫਿਰ ਇੱਕ ਵਾਰ ਰਲ ਮਿਲ ਕੇ ਫਿਰ ਦੁਬਾਰਾ ਉਚਾਰਨ ਕਰੋ ਤੇ ਆਖੋ ਸਤਿਨਾਮ ਵਾਹਿਗੁਰੂ। ਗੁਰਮੁਖੋ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਇਥੋਂ ਆਰੰਭ ਹੁੰਦੀ ਹੈ। ਤੇ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਤਕਰੀਬਨ ਆਪ ਸਾਰਿਆਂ ਨੂੰ ਪੜ੍ਹਨੀ ਵੀ ਆਉਂਦੀ ਹੈ ਤੇ ਕਈਆਂ ਨੂੰ ਜ਼ੁਬਾਨੀ ਵੀ ਬਹੁਤਾਤ ਦੇ ਅੰਦਰ ਕੰਠ ਹੈ। ਜ਼ੁਬਾਨੀ ਵੀ ਸਿੱਖ ਸੰਗਤਾਂ ਬੜੇ ਪਿਆਰ ਅਦਬ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਨੇ।
ਹਰ ਇੱਕ ਗੁਰਸਿੱਖ ਪਰਿਵਾਰ, ਗੁਰਸਿੱਖ ਜਿਸ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਜਾਂ ਜੋ ਗੁਰਬਾਣੀ ਦੇ ਨਾਲ ਪਿਆਰ ਕਰਦਾ ਹੈ, ਉਹ ਰੋਜ਼ਾਨਾ ਨਿਤਨੇਮ ਦੀਆਂ ਬਾਣੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਜਿਹੜੀ ਬਾਣੀ ਹੈ ਉਹ ਹੈ ਜਪਜੀ ਸਾਹਿਬ ਜੀ ਦੀ। ਇਸ ਪਾਵਨ ਬਾਣੀ ਦਾ ਪਾਠ ਜ਼ਰੂਰ ਉਚਾਰਨ ਕਰਦਾ ਹੈ ਤੇ ਇੱਥੋਂ ਤੱਕ ਵੀ ਇਹ ਵੇਖਣ ਵਿੱਚ ਆਇਆ ਹੈ, ਇਹ ਤਜਰਬਾ ਹੈ ਨਿੱਜੀ, ਜਿਨ੍ਹਾਂ ਨੇ ਕਈਆਂ ਨੇ ਅੰਮ੍ਰਿਤ ਨਹੀਂ ਵੀ ਛਕਿਆ ਜਾਂ ਅਜੇ ਤੱਕ ਗੁਰੂ ਦੇ ਲੜ ਨਹੀਂ ਲੱਗੇ, ਉਹ ਵੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਦੇ ਨੇ। ਗੁਰਮੁਖੋ, ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਜਿੱਥੇ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਟੀਕੇ ਕੀਤੇ, ਇੱਥੇ ਕੋਈ ਦਾਵਾ ਨਹੀਂ ਕਿਸੇ ਦਾ, ਕਿਸੇ ਨੇ ਵੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਟੀਕਾ ਕਰਕੇ ਅਰਥ ਕਰਕੇ ਇਹ ਦਾਵਾ ਨਹੀਂ ਕੀਤਾ ਵੀ ਹੁਣ ਇਹ ਮੁਕੰਮਲ ਅਰਥ ਹੋ ਗਏ, ਕਿਉਂਕਿ ਜਿਤਨੀ ਵਾਰ ਜਪਜੀ ਸਾਹਿਬ ਜੀ ਦੀ ਬਾਣੀ ਦੇ ਅਰਥ ਹੋਏ, ਟੀਕੇ ਹੋਏ, ਸਾਰਿਆਂ ਨੇ ਬਾਅਦ ਵਿੱਚ ਇਹੀ ਆਖਿਆ ਕਰਨ ਤੋਂ ਬਾਅਦ, ਨਹੀਂ ਸ਼ਾਇਦ ਇਸ ਬਾਰੇ ਕੁਝ ਹੋਰ ਵੀ ਕਿਹਾ ਜਾ ਸਕਦਾ ਸੀ, ਹੋਰ ਕੁਝ ਵੀ ਬਿਆਨ ਕੀਤਾ ਜਾ ਸਕਦਾ ਸੀ। ਜਿੱਥੇ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵੱਖ-ਵੱਖ ਗੁਰਸਿੱਖ ਵਿਦਵਾਨਾਂ ਨੇ ਵੱਖ-ਵੱਖ ਟੀਕੇ ਕੀਤੇ, ਅਰਥ ਕੀਤੇ, ਵਿਚਾਰ ਕੀਤੇ, ਉੱਥੇ ਅਣਮਤੀਆਂ ਨੇ ਵੀ ਹੋਰ ਦੂਸਰੇ ਜਿਹੜੇ ਧਰਮਾਂ ਦੇ ਵਿਦਵਾਨ ਨੇ ਉਹਨਾਂ ਨੇ ਵੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਟੀਕੇ ਕੀਤੇ, ਅਰਥ ਕੀਤੇ। ਜਿਵੇਂ ਤੁਸੀਂ ਜਾਣਦੇ ਹੋ ਓਸ਼ੋ ਨੇ ਵੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਟੀਕਾ ਕੀਤਾ। ਇੱਥੋਂ ਤੱਕ ਤਾਂ ਮਸਕੀਨ ਸਾਹਿਬ, ਸੰਤ ਮਸਕੀਨ ਜੀ ਇਹ ਜ਼ਿਕਰ ਕਰਿਆ ਕਰਦੇ ਸਨ ਕਿ ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਟੀਕਾ ਹੋਇਆ, ਅਰਥ ਹੋਇਆ, ਤੇ ਅਰਥ ਕਰਨ ਤੋਂ ਬਾਅਦ ਹਮੇਸ਼ਾ ਮਨ ਵਿੱਚ ਇਹੀ ਆਇਆ ਕਿ ਨਹੀਂ, ਸ਼ਾਇਦ ਇਸ ਬਾਰੇ ਇਸ ਤੋਂ ਵਧੀਆ ਹੋਰ ਬੋਲਿਆ ਜਾ ਸਕਦਾ ਸੀ। ਅਨੇਕਾਂ ਵਾਰ ਜਪਜੀ ਸਾਹਿਬ ਜੀ ਦੀ ਬਾਣੀ ਦੇ ਟੀਕੇ ਹੋਏ, ਅਰਥ ਹੋਏ। ਦੇਖੋ, ਜਪਜੀ ਸਾਹਿਬ ਜੀ ਦੀ ਬਾਣੀ ਜਦੋਂ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ, ਉਦੋਂ ਵੀ ਸਭ ਤੋਂ ਪਹਿਲਾਂ ਜਿਹੜੀ ਬਾਣੀ ਦਾ ਪਾਠ ਹੁੰਦਾ ਹੈ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ, ਉਦੋਂ ਸਭ ਤੋਂ ਪਹਿਲਾਂ ਕਿਸ ਬਾਣੀ ਦਾ ਪਾਠ ਹੁੰਦਾ ਹੈ? ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ। ਉਦੋਂ ਵੀ ਆਰੰਭ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਤੁਸੀਂ ਨਿਤਨੇਮ ਕਰਦੇ ਹੋ ਘਰਾਂ ਵਿੱਚ। ਜਦੋਂ ਗੁਰੂ ਕਾ ਸਿੱਖ ਆਪਣਾ ਅੰਮ੍ਰਿਤ ਵੇਲਾ ਸੰਭਾਲ ਕੇ, ਅੰਮ੍ਰਿਤ ਵੇਲੇ ਉੱਠ ਕੇ ਜਦੋਂ ਨਿਤਨੇਮ ਕਰਦਾ ਹੈ, ਨਿਤਨੇਮ ਦੇ ਵਿੱਚ ਵੀ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਹੈ। ਜਪਜੀ ਸਾਹਿਬ ਜੀ ਦੀ ਬਾਣੀ ਦਾ ਕਿੰਨਾ ਵੱਡਾ ਮਹੱਤਵ ਹੈ ਗੁਰਮੁਖੋ, ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ। ਦੇਖੋ, ਜਪਜੀ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਨਾ, ਇਸ ਨੂੰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ। ਇਸ ਦੇ ਉਚਾਰਨ ਕਰਤਾ ਹਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਹਿਲੇ ਪਾਤਸ਼ਾਹ ਜਿਨ੍ਹਾਂ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕੀਤਾ। ਤੇ ਗੁਰਮੁਖੋ, ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕੀਤਾ, ਭਾਈ ਗੁਰਦਾਸ ਜੀ ਦੀ ਤੁਸੀਂ ਬਚਨ ਪੜੋ ਉਹਨਾਂ ਦੇ, ਉਹਨਾਂ ਨੇ ਜ਼ਿਕਰ ਕੀਤਾ ਹੈ, ਜਦੋਂ ਮਹਾਰਾਜ ਜੀ ਨੇ ਇਹ ਜਿਹੜਾ ਉਦਾਸੀਆਂ ਵਾਲਾ ਬਾਣਾ ਤਾਰ ਕੇ ਸੰਸਾਰੀ ਬਾਣਾ ਪਾ ਕੇ ਸਤਿਗੁਰੂ ਮਹਾਰਾਜ ਜੀ ਨੇ ਨਗਰ ਵਸਾਇਆ, ਉਸ ਨਗਰ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦਾ ਰੋਜ਼ ਪਾਠ ਕਰਦੇ ਨੇ। ਉਹਨਾਂ ਦਾ ਨੇਮ ਹੈ ਉੱਥੋਂ ਦਾ ਕਿ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਜਦੋਂ ਸ਼ਾਮ ਨੂੰ ਸੋਦਰ ਆਰਤੀ ਦਾ ਪਾਠ ਹੋਣਾ ਤੇ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਣਾ ਹੈ। ਦੇਖੋ, ਜਪਜੀ ਸਾਹਿਬ ਜੀ ਦੀ ਬਾਣੀ ਦਾ ਕਿੰਨਾ ਵੱਡਾ ਮਹੱਤਵ ਹੈ। ਹੁਣ ਆਰੰਭ ਜਪਜੀ ਸਾਹਿਬ ਜੀ ਦੀ ਬਾਣੀ ਹੈ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕਿਹੜੀ ਬਾਣੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਯਾਦ ਰੱਖਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਜਪਜੀ ਸਾਹਿਬ ਜੀ ਦੀ ਬਾਣੀ ਸਭ ਤੋਂ ਪਹਿਲਾ ਬਾਣੀ ਹੈ, ਜੋ ਰਾਗ ਮੁਕਤ ਬਾਣੀ ਹੈ।
दूसरा, जपजी साहिब जी की बाणी का किड्डा वड्डा महत्व है। इत्थों तक देखो गुरमुखो, जपजी साहिब जी की जिहड़ी बाणी है, इस दे अर्थ विद्वानां ने तां कीते, इस दे अर्थ गुरु काल दे विच गुरु साहिब जी ने आप भी कीते ने। इस दा हवाला जिहड़ा है आपां नूं तवारीख विचों मिलदा है। गुर बिलास पातशाही छेवीं, उस दे अंदर आपां नूं जिक्र मिलदा है, जदों छेवें पातशाह हजूर धन श्री गुरु हरगोबिंद साहिब जी महाराज जदों गए ने कश्मीर की धरती ते रस्ते विच जाउंदी जांदियां महाराज जपजी साहिब जी की बाणी दे अर्थ करदे ने गुरमुखो। ते जदों जपजी साहिब जी की बाणी दे अर्थ संपूर्ण होए ते कहंदे ने उस समय सिख संगतां ने सतगुरां दे चरनां विच बेनती कीती। जदों बेनती कीती कि महाराज जपजी साहिब जी की बाणी दे अर्थ संपूर्ण हो गए, उस समय भी श्री गुरु हरगोबिंद साहिब सच्चे पातशाह महाराज ने ना बड़े प्यार दे नाल बचन कीता सिख संगतां नूं। हजूर कहन लगे, संगत जी असल विच ये संपूर्ण अर्थ नहीं, कोई दावा नहीं। उस समय महाराज ने बचन कीता, कहंदे ने यह अर्थ गुरु नानक जानो। इस दे जिहड़े सच्चे अर्थ ने, सही अर्थ ने, वो तां असल मायने विच केवल गुरु नानक देव पातशाह जी जानदे ने। बस जिन्हां ने ये बाणी उच्चारण कीती, उदों महाराज ने ये बचन पखानिया। पखानो केड़ा बचन? यह अर्थ गुरु नानक जानो। कि सिख संगत जी असी तां केवल अर्थ कीते ने जपजी साहिब जी की बाणी दे, जिन्नी को समझ पई। गुरु हरगोबिंद साहिब कहन लगे, संगत जी असल विच सच्चे अर्थ, सही अर्थ ते असली अर्थ जिहड़े जपजी साहिब जी की बाणी दे ने ना, ये रब्बी बाणी दे, तुरकी बाणी दे, ये केवल इस नूं उच्चारण करन वाले श्री गुरु नानक देव महाराज जी जानदे। वेखो किड्डा वड्डा महत्तम ते किड्डी वड्डी महाराज सच्चे पातशाह ने बचन उच्चारण किया कि यह अर्थ गुरु नानक जानो। आज असी दो को बचन कह के कहने भी असी जपजी साहिब जी की कथा कर दी, असी जपजी साहिब जी के अर्थ कर दिते, अर्थ नहीं कर सकते गुरमुखो। असी इस जुबान विच इतनी ताकत नहीं कि असी बाणी दे अर्थ कर सकीए, बाणी नूं कथ सकीए, क्योंकि वो परमेश्वर पूरा है ते असी अधूरे हाँ। असी उस पूरे की व्याख्या नहीं कर सकते। जिथे जपजी साहिब जी के जदों महाराज जी ने अर्थ किए, सिख संगतां ने आखिया कि पातशाह जपजी साहिब जी के तुसी अर्थ संपूर्ण किए। श्री गुरु हरगोबिंद साहिब कहन लगे, नहीं ये अर्थ पूरे नहीं, पूरे अर्थ केवल गुरु नानक साहिब जी आप जानते हैं। जिथे महाराज जी ने अर्थां बाबत ये गल कीती ते उत्थे महाराज जी ने जपजी साहिब जी की बाणी का महत्व भी सिखां नूं दसिया कि सिखो जपजी साहिब जी की बाणी का किड्डा वड्डा महत्व है, किड्डा वड्डा इसदा जिहड़ा है साडी जिंदगी विच महत्व। जदों भाई गोपाला जी तो महाराज जी ने जपजी साहिब जी की बाणी के अर्थ करवाए, साखी तुसी सारे जानते हो, केवल टूक मात्र। उत्थे महाराज जी ने दसिया कि सिख संगत जी इस तरीके दे नाल जे कोई शुद्ध स्पष्ट ते भावना नाल जपजी साहिब जी की बाणी का पाठ करदा है, गुरु उस वास्ते दुनियावी चीज़ां तां दूर दी गल है, ये दुनिया दे पदार्थ तां बड़ी दूर दी गल। गुरु आप अपनी जिहड़ी गुरगद्दी है उस नूं देण वास्ते तैयार हो जांदा है जदों कोई भावना दे नाल, प्यार दे नाल ते स्पष्ट शुद्ध जपजी साहिब जी की बाणी का पाठ करता है। देखो शुद्ध स्पष्ट ते कोई गुरु नानक पातशाह महाराज आप ही जानते ने। बस असी जिन्नी को पढ़ाई करते हैं, जिन्ना को सिखते हैं विद्वानां पासों, अपने उस्ताद जना पासों, आपां उन्हां को उच्चारण करते हैं। आओ
इस पावन पवित्र जपजी साहिब जी की पावन पवित्र बाणी की जड़ी विचार है हुण लड़ीवार श्री गुरु ग्रंथ साहिब महाराज जी की बाणी दे नाल ये हुण आरंभ होण लगी है। सब तो पहला जपजी साहिब जी की पावन पवित्र बाणी विच सतगुरु जी ने गुरसिखो परमेश्वर दा, जिस परमेश्वर दे नाल सानू जोड़ना है, जिस परमात्मा दे नाल, उस परमात्मा दा मंगलाचरण किया है सतगुरु श्री गुरु नानक देव महाराज जी ने। इत्थे होर एक विचारन वाली गल है। देखो श्री गुरु ग्रंथ साहिब महाराज जी दा जिहड़ा यही मंगलाचरण श्री गुरु ग्रंथ साहिब जी दा है, यही मंगलाचरण श्री जपजी साहिब जी की बाणी दा भी है। आपां हुण बाणी आरंभ हुंदी है, मंगलाचरण सतगुरु जी ने सब तो पहला उच्चारण किया, क्योंकि मंगल किया उस परमेश्वर दा, परमात्मा दा। देखो जदों आपां तुलनात्मक अध्ययन करते हैं ना सारे धर्मां दा, ते सानू इस गल दा पता लगता है जदों भी कोई शुभ कर्म किया जाना हुंदा है, चंगा कर्म किया जाना है, उदों जिहड़ा है वो मंगल किया जांदा सी। जिवें हिंदू धर्म दे अंदर गणेश दी ते सरस्वती दी पूजा हुंदी है। गणेश नूं सिद्धि दा मालक मन्निया जांदा है ते सरस्वती नूं बुद्धि दा मालक मन्निया जांदा है। इस करके इन्हां दी पूजा हुंदी है, क्योंकि अक्सर दो चीज़ां संसार विच बंदे नूं चाहीदियां ने। एक तां सिद्धि, भाव सिद्धि दे विच दुनिया दे सारे पदार्थ आ गए। बंदा यही चाहुंदा है ना कि मैनूं दुनिया दे सारे पदार्थ मिलन, ते ये सिद्धि सी। बुद्धि भाव सरस्वती दी पूजा बुद्धि करके करना, भाव मैनूं ज्ञान प्राप्त होवे इस ब्रह्मंड दा, संसार दा। हुण दो चीज़ां वास्ते बंदा यतन करदा है जिंदगी विच हमेशा, पर श्री गुरु नानक देव महाराज जी ने जिक्र किया, ऐ दुनिया दे लोको, बंदा सिद्ध ते बुद्ध वास्ते, भाव सिद्धि ते बुद्धि वास्ते सारी जिंदगी कर्म करदा है। गुरु नानक साहिब कहन लगे, ये सिद्धि ते बुद्धि दा दाता केवल एक ही है बस। क्यों ना फिर जे एक कोलों प्राप्त होना, आपां एक नाल फिर क्यों ना जुड़ीए? आपां क्यों बार बार किसी दे नाल जुड़ीए, किसी नूं मन्नीए? जिस कोल सिद्ध भी है, जिस कोल बुद्ध भी है, जिस कोलों सानू सिद्धि भी मिलेगी, जिस कोलों सानू बुद्धि भी मिलेगी, असी उस नाल जुड़ना करिए। जदों श्री गुरु नानक देव सच्चे पातशाह दीन दुनिया दे मालक गुरसिखो महाराज वेई नदी चो प्रवेश करके निकले, जदों उस परमेश्वर दे नाल सतगुरु जी दे विचार होए, बचन होए, ते श्री गुरु नानक देव महाराज जी ने बाहर आके एक वचन आखिया, ओ सी एक ओंकार। सतगुरु जी ने उस परमात्मा नूं उच्चारण किया, एक ओंकार। वेखो संसार दे अंदर बड़े परमेश्वर दे नाम उच्चारण किए गए, पर श्री गुरु नानक देव साहिब महाराज जी ने एक ओंकार उच्चारण किया। महाराज जी ने पहला एका पाया, ते गुरमुखो सतगुरु महाराज ने फिर ऊड़े नूं खुला करके ऊपर नूं लीक नूं खिंचिया। इस नूं आपां तीन भागां विच उच्चारण करदे हां, एक ओंकार। ये तीन भागां विच आपां उच्चारण करदे हां। ओंकार बाणी विच ना अनेकां वार ओम शब्द भी आया, ओंकार शब्द भी आया है। जिवें जदों ओम शब्द नूं वरतिया ते ये तीन भागां दे विच वंड दिता गया कि ओम शब्द जिहड़ा है ये ब्रह्मा विष्णु ते शिव जी का लखायक है, कि ये शब्द ब्रह्मा विष्णु अते शिव जी का लखायक है। पर श्री गुरु नानक देव पातशाह महाराज जी ने वचन किया, नहीं, वो परमेश्वर एक ही है, जिन्हें ब्रह्मा नूं भी पैदा किया, जिन्हें शिव जी नूं भी पैदा किया, जिन्हें विष्णु नूं भी पैदा किया। भाव इन्हां सारियां नूं पैदा करन वाला वो परमेश्वर है।
ਗੁਰਬਾਣੀ ਵਿੱਚ ਇੱਕ ਪ੍ਰਮਾਣ ਮੈਂ ਤੁਹਾਡੇ ਸਾਹਮਣੇ ਰੱਖਾਂ। ਮਹਾਰਾਜ ਕਹਿੰਦੇ ਨੇ ਬਾਣੀ ਵਿੱਚ ਓੰਕਾਰ, ਕਹਿੰਦੇ ਨੇ ਬ੍ਰਹਮਾ ਉਤਪਤ। ਉਸ ਓੰਕਾਰ ਨੇ, ਪਰਮੇਸ਼ਵਰ ਨੇ ਬ੍ਰਹਮਾ ਨੂੰ ਪੈਦਾ ਕੀਤਾ। ਉਹਨੇ ਪਰਮੇਸ਼ਵਰ ਨੇ ਸਾਰਿਆਂ ਨੂੰ ਪੈਦਾ ਕੀਤਾ। ਤੇ ਅੱਗੇ ਜਾ ਕੇ ਮਹਾਰਾਜ ਨੇ ਆਖਿਆ ਜਿੱਥੇ ਉਹਨੇ ਬ੍ਰਹਮਾ ਨੂੰ ਪੈਦਾ ਕੀਤਾ ਉੱਥੇ ਉਹਨੇ ਸੰਸਾਰ ਵਿੱਚ ਸਾਰੀਆਂ ਚੀਜ਼ਾਂ ਨੂੰ ਪੈਦਾ ਕੀਤਾ। ਤੇ ਸਭ ਨੂੰ ਪੈਦਾ ਕਰਨ ਵਾਲਾ ਕੇਵਲ ਇੱਕ ਹੀ ਹੈ। ਉਹ ਕੌਣ ਹੈ? ਉਹ ਹੈ ਓੰਕਾਰ, ਉਹ ਕੇਵਲ ਪ੍ਰਮਾਤਮਾ ਹੈ। ਹੁਣ ਇੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਗੁਰਮੁਖੋ ਏਕਾ ਸ਼ਬਦ ਵਰਤਿਆ ਕਿ ਪ੍ਰਮਾਤਮਾ ਅਦੁੱਤੀ ਹੈ। ਇਸ ਏਕੇ ਦਾ ਅਰਥ ਕੀ ਹੈ? ਏਕਾ ਭਾਵ ਅਦੁੱਤੀ। ਤੇ ਓੰਕਾਰ, ਉਹ ਪਰਮੇਸ਼ਵਰ ਜਿਹੜਾ ਬ੍ਰਹਮ ਹੈ ਨਾ, ਓੰਗ ਭਾਵ ਬ੍ਰਹਮ, ਕਾਰ ਭਾਵ ਸਰਬ ਵਿਆਪਕ, ਇੱਕ ਰਸ ਵਿਆਪਕ ਹੈ। ਉਹ ਜਿਹੜਾ ਪਰਮੇਸ਼ਵਰ ਇੱਕ ਹੈ, ਉਹ ਇੱਕ ਰਸ ਸਰਬ ਵਿਆਪਕ ਹੈ, ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਇਸ ਤਰ੍ਹਾਂ ਆਖਿਆ ਕਿ ਉਹ ਜਿੱਥੇ ਇੱਕ ਹੈ ਉੱਥੇ ਅਨੇਕ ਹੈ। ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਅਨੇਕ ਹੈ ਫਿਰ ਏਕ ਹੈ। ਜਿਹਨੂੰ ਸਾਹਿਬ ਨੇ ਆਖਿਆ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਜਿਹਨੂੰ ਆਪਾਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ, ਆਪ ਕਥੈ ਆਪ ਸੁਣਨੇ ਹਾਰ, ਆਪੈ ਏਕ ਆਪ ਵਿਸਥਾਰ। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਤੁਸੀਂ ਇਹ ਬਚਨ ਪੜ੍ਹਦੇ ਹੋ। ਉਹ ਕਥਨ ਕਰਨ ਵਾਲਾ ਵੀ ਆਪ ਹੈ, ਉਹ ਸੁਣਨ ਵਾਲਾ ਵੀ ਪਰਮੇਸ਼ਰ ਆਪ ਹੀ ਹੈ। ਆਪ ਕਥੈ ਆਪ ਸੁਣਨੇ ਹਾਰ, ਆਪੈ ਏਕ ਆਪ ਵਿਸਥਾਰ। ਉਹ ਆਪ ਹੀ ਇੱਕ ਹੈ ਤੇ ਆਪ ਹੀ ਉਸ ਦਾ ਵਿਸਥਾਰ, ਭਾਵ ਇਹ ਸਾਰੀ ਕਾਇਨਾਤ ਉਸ ਦੀ ਹੈ। ਗੁਰਮੁਖੋ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਇੱਕ ਪਰਮਾਤਮਾ ਦੇ ਨਾਲ ਜੋੜਿਆ, ਇੱਕ ਪਰਮਾਤਮਾ ਪਰਮੇਸ਼ਵਰ ਦੇ ਲੜ ਲਾਇਆ ਵੀ ਹਮੇਸ਼ਾ ਅਸੀਂ ਇੱਕ ਦੇ ਨਾਲ ਜੁੜਨਾ ਹੈ, ਕੇਵਲ ਇੱਕ ਨੂੰ ਹੀ ਧਿਆਉਣਾ ਹੈ। ਕਿਉਂਕਿ ਅਕਸਰ ਇਹ ਮੰਨਿਆ ਗਿਆ ਕਿ ਜਿਹੜਾ ਹੈ ਸੰਸਾਰ ਨੂੰ ਪੈਦਾ ਹੋਰ ਕਰਦਾ ਹੈ, ਸੰਸਾਰ ਨੂੰ ਚਲਾਉਂਦਾ ਕੋਈ ਹੋਰ ਹੈ ਤੇ ਸੰਸਾਰ ਦਾ ਨਾਸ਼ ਕਰਨ ਵਾਲਾ ਕੋਈ ਹੋਰ ਹੈ। ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ ਪਿਆਰਿਓ, ਉਹ ਪੈਦਾ ਕਰਨ ਵਾਲਾ ਵੀ ਆਪ ਹੈ, ਉਹ ਪਾਲਣ ਵਾਲਾ ਵੀ ਸਾਨੂੰ ਪਰਮੇਸ਼ਵਰ ਆਪ ਹੈ, ਤੇ ਸਾਡਾ ਨਾਸ਼ ਕਰਨ ਵਾਲਾ ਭਾਵ ਮਾਰਨ ਵਾਲਾ ਵੀ ਆਪ ਹੈ। ਜਿਹਨੂੰ ਆਪਾਂ ਗੋੜ ਸ਼ਬਦ ਵਰਤਦੇ ਹਾਂ, ਬੜੇ ਵਿਦਵਾਨਾਂ ਨੇ ਬੜੇ ਪਿਆਰੇ ਅਰਥ ਕੀਤੇ ਨੇ, GOD ਗੋੜ। ਇਹ ਵੀ ਆਪਾਂ ਕਹਿੰਦੇ ਹਾਂ ਰੱਬ ਵਾਸਤੇ ਸ਼ਬਦ ਵਰਤਦੇ ਹਾਂ ਗੋੜ। ਜੀ ਤੋਂ ਭਾਵ ਜਰਨੇਟ, ਓ ਤੋਂ ਭਾਵ ਉਪਰੇਟ, ਡੀ ਤੋਂ ਭਾਵ ਹੈ ਡਿਸਟਰੋਏ। ਕਿ ਜਰਨੇਟ ਭਾਵ ਪੈਦਾ ਕਰਨ ਵਾਲਾ, ਓਪਰੇਟ ਭਾਵ ਓਪਰੇਟ ਕਰਨ ਵਾਲਾ, ਚਲਾਉਣ ਵਾਲਾ, ਡੀ ਤੋਂ ਡਿਸਟਰੋਏ ਭਾਵ ਨਾਸ਼ ਕਰਨ ਵਾਲਾ। ਪਰ ਸਤਿਗੁਰੂ ਕਹਿੰਦੇ ਨੇ ਉਹ ਜਰਨੇਟ ਕਰਨ ਵਾਲਾ ਵੀ ਉਹ ਪਰਮੇਸ਼ਵਰ ਇੱਕ ਹੈ, ਤੇ ਓਪਰੇਟ ਕਰਨ ਵਾਲਾ ਵੀ ਉਹੀ ਹੈ, ਤੇ ਡਿਸਟਰੋਏ ਕਰਨ ਵਾਲਾ ਵੀ ਉਹੀ ਹੈ। ਇਸ ਕਰਕੇ ਸਾਨੂੰ ਬਾਣੀ ਵਿੱਚ ਮਹਾਰਾਜ ਨੇ ਇੱਕ ਦੇ ਨਾਲ ਜੋੜਿਆ। ਅਨੇਕਾਂ ਪ੍ਰਮਾਣਾਂ ਦੇ ਰਾਹੀਂ ਤੁਸੀਂ ਗੁਰਬਾਣੀ ਵਿੱਚੋਂ ਇਸ ਗੱਲ ਨੂੰ ਸਮਝ ਸਕਦੇ ਹੋ। ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਇਸ ਤਰ੍ਹਾਂ ਆਖਿਆ, ਭਾਈ ਕਹਿੰਦੇ ਨੇ ਸਦਾ ਸਦਾ ਜਪ ਨਾਨਕ ਏਕ। ਹੇ ਨਾਨਕ, ਹਮੇਸ਼ਾ ਸਦਾ ਆਪਣੀ ਜ਼ਿੰਦਗੀ ਵਿੱਚ, ਸਾਰੀ ਜ਼ਿੰਦਗੀ ਜੇ ਆਪਾਂ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੇ ਭਾਈ ਸਦਾ ਜ਼ਿੰਦਗੀ ਵਿੱਚ ਕੇਵਲ ਇੱਕ ਦੀ ਟੇਕ ਰੱਖੀ, ਇੱਕ ਦੀ ਆਸ ਰੱਖੀ, ਤੇ ਇੱਕ ਨੂੰ ਧਿਆਈ ਸਾਰੀ ਜ਼ਿੰਦਗੀ, ਇੱਕ ਦਾ ਲੜ ਨਾ ਛੱਡੀ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਇੱਕ ਦੇ ਨਾਲ ਜੋੜਦੇ ਨੇ। ਸੰਸਾਰ ਵਿੱਚ ਸਤਿਗੁਰੂ ਦਾ ਆਗਮਨ ਹੋਇਆ, ਕੋਈ ਕਿਸੇ ਦੇ ਨਾਲ ਜੁੜਿਆ ਹੋਇਆ ਸੀ, ਕੋਈ ਕਿਸੇ ਦੀ ਪੂਜਾ ਕਰਦਾ ਸੀ। ਲਾਲਾ ਦੌਲਤ ਰਾਏ ਆਰੀਆ ਉਹ ਬੜੇ ਪਿਆਰੇ ਬਚਨ ਲਿਖਦਾ ਹੈ। ਉਹ ਕਹਿੰਦੇ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਪ੍ਰਕਾਸ਼ ਹੋਇਆ, ਸੰਸਾਰ ਵਿੱਚ ਸਤਿਗੁਰੂ ਪ੍ਰਗਟ ਹੋਏ,
उस समय कहते कोई किसे दा पुजारी सी, कोई किसे दा पुजारी सी, कोई किसे नूं मत्था टेकदा सी, कोई किसे नूं। पर श्री गुरु नानक देव महाराज जी ने संसार विच आके लोकां नूं एक दे नाल जोड़िया, एक दा होका दिता ते एक नूं ही ध्याया सारी जिंदगी अपने जीवन दे अंदर। इस करके गुरमुखो जदों सतगुरु गुरु नानक साहब जी ने परमेश्वर दा मंगल किया ते महाराज जी ने उच्चारण किया एक ओंकार। गुरमुखो ये साडा बीज मंत्र भी है। जिवें आपां मूल मंत्र पढ़ते हाँ, जिवें आपां गुर मंत्र पढ़ते हाँ, ते इसे तरह ये साडा बीज मंत्र है। जिवें आपां सुखमनी साहिब जी की बाणी विच पढ़दे हां बीज मंत्र सर्ब को ज्ञान, कहंदे ने जिहड़ा बीज मंत्र है ये साडा एक ओंकार, ये साडा मूल है। जे असीं इस नूं अपनी जिंदगी विच ध्यावांगे ते गुरमुखो इस नूं ध्याउण दे नाल उस एक परमेश्वर दे नाल असीं अपनी सुरत नूं जोड़ सकदे हां। बड़े प्यारे बचन जिन्हां ने जिंदगी विच एक नूं ध्याया। तुसी साखियां बड़ियां सुनियां, घटनावां बड़ी सुनियां। एक मैं एक लेख जिहड़ा है वो जो सन 1969 दे विच जो प्रकाशित होया, जिसनूं भाषा विभाग ने ना पंजाबी विच ते अंग्रेजी विच विधा अनुवाद किया, जिन्हों छपवाया। सुनियो, इस दा उच्चारण करता है बलवंत गार्गी। बलवंत गार्गी जिहड़ा है ये सिखां दा मुंडा नहीं, सिखां दा बच्चा नहीं, ये बाणियां दा मुंडा सी बलवंत गार्गी। ये बलवंत गार्गी जिहड़ा है ये सन 1969 विच एक लेख लिखदा है। बड़ी शरधा है इस नूं गुरु दे नाल, एक ओंकार दे नाल बड़ी शरधा सी नूं। ये 1969 विच एक लेख लिखिया, बड़े प्यारे बोल ने लेख दे। वो लिखदा कहंदा जी एक वार ना गल ऐसी छोटे छोटे हुंदे सां, साडी मां ने सानू सवेरे सवेरे उठाया। असी दो भरा, मेरा वड्डा भरा है बलवंत, कुलवंत, मैं बलवंत। सानू दोवां नू उस समय घर विच गरीबी सी, साडी मां सानू दोवां नू उठा के लै गई। अजे मूँह भी चंगी तरह असी नहीं धोता ते सानू एक साध दे डेरे ते लै गई। जदों साध दे डेरे ते लै गई ते साध नूं जाके कहंदी है, बाबा मैनू ये दसो भी इन्हां दोवां बच्चियां चों मेरे किस बच्चे दे अंदर जिहड़े 4 अखर ने ना विद्या दे, वो किस दे अंदर ज्यादा जाणगे, क्योंकि मेरी गरीबड़ी कोल इन्ने पैसे नहीं है ते मैं दोवां नूं पढ़ा सकां ते मैं एक नूं पढ़ा सकदी हां। तुसीं नज़र मारो भी 4 अखर किंदे अंदर ज्यादा जाणगे। बलवंत गार्गी लेख विच लिखदा है, जिन्हां ने लाहौर तो जो MA की PhD की अमेरिका तो, वो लिखदा अपने लेख दे अंदर ये बाणियां दा मुंडा वेखो, पर एक ओंकार दे नाल गुरबाणी दे नाल किन्नी शरधा है, किन्ना प्यार है। कहंदा जी उस समय ना उस साध ने जिहड़ा बौंदलिया जा साध सी, कहंदा उन्हें ना साडे वल वेखिया भी नहीं ते अपनी हाथ दी उंगल ना कहंदा इशारे वांगू कर दिती ते उस इशारे दी जिहड़ी उंगल सी वो मेरे वाल सी। ते कहंदा फिर की सी, मेरी मां ने मैनू पढ़ाउणा शुरू करता, मेरे भरा नूं पढ़ाया ना, उन्होंने होर काम चलाता। कहंदा अज मेरा भरा बदलाडे जिहड़ा है वो आड़ती लगा है ते जिहड़ा मैं आ वो प्रोफैसर बन गया। ते वो बलवंत गार्गी लिखदा है, कहंदा की होया जदों मैनू स्कूल विच पाया, स्कूल ते हुंदे नहीं सन, पाठशाला सी ते असी गुरु घर विच ही ना छोटा जिहा गुरु घर सी साडे पिंड। कहंदा उस गुरु घर दे विच तुसीं साखी सुनी भी होनी है, लेख सुनिया भी होना, पर जिक्र आया बड़ा जरूरी बनदा, बड़ा ढुकदा अज ये जिहड़ा लेख है। वो कहंदा बलवंत गार्गी लिखदा लेख अंदर, कहंदा भी मैनू ना मेरी मां ने गुरुद्वारे भेजता तैयार करके भी जा उत्थे पढ़ाया जांदा भी शुरुआती दिनां विच। जदों मैं रोज पढ़न जाना ते मैं की वेखना उत्थे कोई पढ़ाउण वाला नहीं ते बच्चियां नाल खेड के घर वापस आ जाना। ते मैं 2-4 दिन वेखदा रहा, खेडदा रहा
ਤੇ ਮੈਂ ਬੱਚਿਆਂ ਨੂੰ ਪੁੱਛਿਆ ਵੀ ਇੱਥੇ ਕੋਈ ਪੜਾਉਣ ਵਾਲਾ ਨਹੀਂ, ਤੇ ਬੱਚੇ ਕਹਿਣ ਲੱਗੇ ਵੀ ਪੜਾਉਣ ਵਾਲਾ ਤਾਂ ਹੈ, ਪਰ ਉਹ ਇੱਕੋ ਨਿਹੰਗ ਸਿੰਘ ਹੈ, ਪਰ ਉਹ ਜ਼ਿਆਦਾ ਦੌਰਿਆਂ ਤੇ ਹੀ ਰਹਿੰਦਾ ਹੈ, ਉਹ ਆਉਂਦਾ ਕਦੇ ਕਦੇ ਹੀ ਹੈ ਇੱਥੇ, ਉਹ ਦੌਰਿਆਂ ਤੇ ਜ਼ਿਆਦਾ ਰਹਿੰਦਾ ਹੈ। ਕਹਿੰਦੇ ਅੱਛਾ, ਕਹਿੰਦੇ ਫਿਰ ਕੀ ਹੋਇਆ, ਕੁਝ ਕੁ ਦਿਨਾਂ ਬਾਅਦ ਨਾ ਕਹਿੰਦੇ ਨੇ ਉਹ ਨਿਹੰਗ ਸਿੰਘ ਆਇਆ, ਕਹਿੰਦਾ ਉਹ ਘੋੜੇ ਤੇ ਚੜਿਆ, ਨੀਲਾ ਬਾਣਾ ਉਹਨੇ ਪਾਇਆ ਹੋਇਆ, ਹੱਥ ਵਿੱਚ ਉਹਦੇ ਨੇਜਾ ਹੈ, ਉਹ ਕੋਲ ਆਇਆ, ਸਾਡੇ ਬੱਚਿਆਂ ਦੇ ਕੋਲ ਆ ਕੇ ਸਾਨੂੰ ਆਖਦਾ ਹੈ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਮੈਨੂੰ ਪੁੱਛਦਾ, ਕਾਕਾ ਤੇਰਾ ਨਾਂ ਕੀ ਹੈ? ਮੈਂ ਆਖਿਆ ਜੀ ਮੇਰਾ ਨਾਂ ਹੈ ਬਲਵੰਤ। ਆਖਿਆ ਇੱਥੇ ਕੀ ਕਰਨ ਆਇਆ? ਖੇਡਣ ਆਇਆ? ਕਹਿੰਦਾ ਨਹੀਂ ਜੀ ਖੇਡਣ ਨਹੀਂ ਆਇਆ, ਮੈਂ ਇੱਥੇ ਪੜ੍ਹਨ ਆਇਆ, ਸਬਕ ਪੜ੍ਹਨ ਆਇਆ। ਤੇ ਕਹਿੰਦੇ ਉਸ ਨਿਹੰਗ ਸਿੰਘ ਨੇ ਮੈਨੂੰ ਆਖਿਆ ਵੀ ਕੁਝ ਪੜ੍ਹਿਆ ਵੀ ਹੈ? ਤੇ ਆਖਿਆ ਮੈਂ ਆਖਿਆ ਜੀ ਨਹੀਂ, ਅਜੇ ਕੁਝ ਨਹੀਂ ਪੜ੍ਹਿਆ, ਜੇ ਪੜ੍ਹਾਓਗੇ ਤਾਂ ਹੀ ਪੜਾਂਗਾ, ਕੋਈ ਪੜਾਉਣ ਵਾਲਾ ਹੀ ਨਹੀਂ। ਕਹਿੰਦੇ ਨੇ ਉਹ ਨਿਹੰਗ ਸਿੰਘ ਜਿਹੜਾ ਸੀ ਨਾ, ਉਸ ਨਿਹੰਗ ਸਿੰਘ ਨੇ ਮੈਨੂੰ ਸਾਰੇ ਬੱਚਿਆਂ ਤੋਂ ਅਲੱਗਾ ਕਰਕੇ, ਵੱਖਰਾ ਕਰਕੇ ਬਾਹਰ ਵਿਹੜੇ ਵਿੱਚ ਬੁਲਾ ਲਿਆ। ਜਦੋਂ ਵਿਹੜੇ ਵਿੱਚ ਬੁਲਾਇਆ, ਵਿਹੜੇ ਵਿੱਚ ਬੁਲਾ ਕੇ ਮੈਨੂੰ ਆਖਦਾ, ਬੇਟਾ ਹੁਣ ਜੋ ਮੈਂ ਕਹਾਂਗਾ ਤੂੰ ਕਰਨਾ ਹੈ। ਮੈਂ ਆਖਿਆ ਜੀ ਮੈਂ ਉਹੀ ਕਰਾਂਗਾ। ਹੁਣ ਕਹਿੰਦੇ ਉਸ ਨਿਹੰਗ ਸਿੰਘ ਨੇ ਘੋੜੇ ਦੀ ਕਾਠੀ ਤੇ ਬੈਠਿਆਂ ਬੈਠਿਆਂ ਕਹਿੰਦੇ ਆਪਣਾ ਨੇਜਾ ਉਹਦੇ ਦੇ ਕੋਲ ਵੱਡਾ ਸੀ, ਲੰਬਾ ਨੇਜਾ ਸੀ, ਉਸ ਨੇਜੇ ਦੇ ਨਾਲ ਧਰਤੀ ਦੀ ਹਿੱਕ ਤੇ ਪਹਿਲਾ ਏਕਾ ਪਾਇਆ, ਏਕਾ ਪਾਉਣ ਤੋਂ ਬਾਅਦ ਖੁੱਲੇ ਜੇ ਮੂੰਹ ਵਾਲਾ ਊੜਾ ਪਾਇਆ, ਤੇ ਇਹ ਪਾ ਕੇ ਮੈਨੂੰ ਕਹਿੰਦਾ ਬੇਟਾ ਮੱਥਾ ਟੇਕ, ਤੇ ਮੱਥਾ ਟੇਕ ਕੇ ਬੋਲ ਇੱਕ ਓੰਕਾਰ। ਕਹਿੰਦਾ ਮੈਂ ਕੀ ਕੀਤਾ, ਦੋਵੇਂ ਹੱਥ ਜੋੜੇ ਜਿਵੇਂ ਉਸ ਨਿਹੰਗ ਸਿੰਘ ਨੇ ਕਿਹਾ ਸੀ, ਮੈਂ ਦੋਵੇਂ ਹੱਥ ਜੋੜੇ, ਧਰਤੀ ਤੇ ਆਪਣੇ ਗੋਡੇ ਲਾਏ, ਗੋਡੇ ਲਾ ਕੇ ਮੈਂ ਆਪਣੇ ਮੂੰਹ ਚੋਂ ਰਸਨਾ ਚੋਂ ਉਚਾਰਨ ਕੀਤਾ ਇੱਕ ਓੰਕਾਰ। ਕਹਿੰਦਾ ਮੇਰੀ ਜ਼ਿੰਦਗੀ ਦਾ ਪਹਿਲਾ ਸਬਕ ਸੀ ਇੱਕ ਓੰਕਾਰ। ਬਲਵੰਤ ਗਾਰਗੀ ਲੇਖ ਵਿੱਚ ਲਿਖਦਾ ਹੈ, ਮੇਰਾ ਜ਼ਿੰਦਗੀ ਦਾ ਆਖਰੀ ਸਬਕ ਹੈ ਇੱਕ ਓੰਕਾਰ। ਬਸ ਮੇਰਾ ਜ਼ਿੰਦਗੀ ਦਾ ਪਹਿਲਾ ਸਬਕ ਸੀ ਇੱਕ ਓੰਕਾਰ, ਮੇਰੀ ਜ਼ਿੰਦਗੀ ਦਾ ਆਖਰੀ ਸਬਕ ਹੋਵੇਗਾ ਇੱਕ ਓੰਕਾਰ। ਕਹਿੰਦਾ ਮੈਨੂੰ ਇੱਕ ਓੰਕਾਰ ਦੇ ਨਾਲ ਇੰਨਾ ਪਿਆਰ ਹੈ। ਉਹ ਫਿਰ ਲਿਖਦਾ ਹੈ, ਜਿਹੜੀ ਮੁੱਖ ਗੱਲ ਹੈ ਗੁਰਮੁਖੋ, ਜਿਹੜੀ ਸਾਡੀ ਰੌਂਗਟੇ ਖੜੇ ਕਰ ਦਿੰਦੀ ਹੈ, ਇੰਨੀ ਚਾਹਤ, ਇੰਨਾ ਪਿਆਰ, ਇੰਨਾ ਡੈਡੀਕੇਟ ਇੱਕ ਓੰਕਾਰ ਨੂੰ। ਉਹ ਲਿਖਦਾ ਹੈ, ਕਹਿੰਦਾ ਮੈਨੂੰ ਅੱਜ ਵੀ ਲੱਗਦਾ ਹੈ, ਉਹ ਕਹਿੰਦਾ ਮੈਨੂੰ ਅੱਜ ਵੀ ਲੱਗਦਾ ਹੈ, ਕਹਿੰਦਾ ਜਿੱਥੋਂ ਧਰਤੀ ਤੇ ਅਸਮਾਨ ਦਾ ਮੇਲ ਹੁੰਦਾ ਹੈ, ਭਾਵ ਜਿੱਥੇ ਧਰਤੀ ਤੇ ਅਸਮਾਨ ਦੀ ਮੁਲਾਕਾਤ ਹੁੰਦੀ ਹੈ, ਕਹਿੰਦਾ ਮੈਨੂੰ ਅੱਜ ਵੀ ਲੱਗਦਾ ਹੈ ਜਿੱਥੇ ਧਰਤੀ ਤੇ ਅਸਮਾਨ ਦੀ ਮੁਲਾਕਾਤ ਹੁੰਦੀ ਹੈ, ਉਸ ਵਿੱਚੋਂ ਇੱਕ ਨਿਹੰਗ ਸਿੰਘ ਨੀਲੇ ਬਾਣੇ ਵਿੱਚ ਆਏਗਾ, ਘੋੜੇ ਤੇ ਚੜ ਕੇ, ਜਿਸ ਦੇ ਹੱਥ ਵਿੱਚ ਨਿਸ਼ਾਨ ਸਾਹਿਬ ਹੋਵੇਗਾ, ਤੇ ਉਹ ਧਰਤੀ ਤੇ ਆ ਕੇ ਹਿੱਕ ਤੇ ਆ ਕੇ ਗੱਡੇਗਾ ਤੇ ਬੋਲੇਗਾ ਬੋਲੋ ਇੱਕ ਓੰਕਾਰ। ਕਹਿੰਦਾ ਮੈਨੂੰ ਅੱਜ ਵੀ ਲੱਗਦਾ ਹੈ, ਕਹਿੰਦਾ ਕਿਉਂਕਿ ਜਿਹੜਾ ਇਹ ਇੱਕ ਓੰਕਾਰ ਸ਼ਬਦ ਹੈ ਨਾ, ਕਹਿੰਦਾ ਇਹ ਕਾਗਜ਼ਾਂ ਦੇ ਉੱਤੇ, ਪੱਟੀਆਂ ਦੇ ਉੱਤੇ ਲਿਖਣ ਵਾਲਾ ਨਹੀਂ, ਇਹ ਧਰਤੀ ਦੀ ਹਿੱਕ ਤੇ ਲਿਖਣ ਵਾਲਾ ਹੈ। ਇਹ ਇੱਕ ਓੰਕਾਰ, ਇੰਨਾ ਪਿਆਰ ਇੱਕ ਓੰਕਾਰ ਦੇ ਨਾਲ। ਸ਼ਿਵ ਕੁਮਾਰ ਬਟਾਲਵੀ ਨੂੰ ਪੜੋ, ਉਹ ਲਿਖਦਾ ਹੈ, ਕਹਿੰਦਾ ਜਦੋਂ ਮੈਂ ਨਾ ਜਦੋਂ ਮੈਂ ਗੀਤ ਲਿਖਦਾ, ਤੇ ਜਦੋਂ ਮੇਰੇ ਅੱਗੇ ਖਾਲੀ ਕਾਗਜ਼ ਪਏ ਹੁੰਦੇ ਨੇ ਬਹੁਤ ਸਾਰੇ, ਤੇ ਮੈਂ ਡਰ ਜਾਣਾ, ਘਬਰਾ ਜਾਣਾ, ਪਰੇਸ਼ਾਨ ਹੋ ਜਾਣਾ, ਦੁਖੀ ਹੋ ਜਾਣਾ ਵੀ ਮੈਂ ਹੁਣ ਕੀ ਕਰਾਂਗਾ, ਕੀ ਮੇਰੇ ਅੰਦਰੋਂ ਕੋਈ ਗੀਤ ਨਹੀਂ ਉਤਰੇਗਾ, ਮੈਂ ਹੁਣ ਕੁਝ ਨਹੀਂ ਲਿਖ ਸਕਾਂਗਾ। ਕਹਿੰਦਾ ਫਿਰ ਮੈਂ ਕੀ ਕਰਦਾ, ਆਪਣੀ ਡਾਇਰੀ ਖੋਲਦਾ, ਉਹ ਖਾਲੀ ਪੰਨਿਆਂ ਵਾਲੀ, ਕਹਿੰਦਾ ਡਾਇਰੀ ਖੋਲ ਕੇ ਸਭ ਤੋਂ ਪਹਿਲਾਂ ਪੰਨਾ ਕੱਢਦਾ, ਉਸ ਪੰਨੇ ਦੇ ਉੱਤੇ ਮੈਂ ਸਭ ਤੋਂ ਪਹਿਲਾਂ ਲਿਖਦਾ ਇੱਕ ਓੰਕਾਰ, ਤੇ ਜਦੋਂ ਮੈਂ ਇੱਕ ਓੰਕਾਰ ਲਿਖਦਾ ਮੇਰਾ ਸਾਰਾ ਡਰ ਖਤਮ ਹੋ ਜਾਂਦਾ ਹੈ, ਮੇਰੀ ਸਾਰੀ ਚਿੰਤਾ, ਮੇਰਾ ਸਾਰਾ ਜਿਹੜਾ ਡਰ ਉਹ ਖਤਮ ਹੋ ਜਾਂਦਾ ਹੈ, ਤੇ ਮੈਨੂੰ ਅਹਿਸਾਸ ਹੋ ਜਾਂਦਾ ਹੈ ਜਦੋਂ ਤੱਕ ਇੱਕ ਓੰਕਾਰ ਰਹੇਗਾ ਉਦੋਂ ਤੱਕ ਜਿਹੜੀ ਰਚਨਾ ਹੈ ਉਹ ਖਤਮ ਨਹੀਂ ਹੋ ਸਕਦੀ। ਆਖੋ ਸਤਨਾਮ। ਜਦੋਂ ਤੱਕ ਇੱਕ ਓੰਕਾਰ ਹੈ
उदों तक रचना खत्म नहीं हो सकती। कहन लगा फिर मेरा सारा डर खत्म हो जाता है। ये देन है गुरमुखो सानू श्री गुरु नानक देव पातशाह महाराज जी दी। सानू एक ओंकार दे नाल परमेश्वर ने गुरु नानक साहिब जी ने जोड़िया। एक परमात्मा दे नाल, एक परमात्मा परमेश्वर एक है ते ओ सर्व व्यापक है। रब अड अड नहीं है, ना ही वो शरीर विच आंदा है। महाराज कहंदे जिहड़े कहंदे शरीर विच आंदा है रब, कहंदे ने सो मुख जलो जित कै ठाकुर जोनी आवे। गल ही खत्म कर दी महाराज ने भी ओ मूँह जिहड़ा है जल जाना चाहिदा है। ये अर्थ स्पष्ट ने, तुसी पढ़ के वेखियो अर्थ। साहिब कहंदे ने ओ मुख जिहड़ा मूँह जल जे, जिहड़ा कहंदे भी परमात्मा जूना विच आउंदा है। ओ परमात्मा दे पैदा किते हुए सारे ने, पर ओ परमात्मा कदे जूना विच नहीं आउंदा। ओ निर्गुण है ते सारी जिहड़ी सृष्टि है सरगुण है। हाँ निर्गुण आप सरगुण पियोही कला धार जिन सगली मोही। पर ओ निर्गुण स्वरूप विच केवल परमेश्वर एक है। ओ सर्व व्यापक है, ओ हर थां ते मौजूद है। ये नहीं भी किसी ने आख्या वो काश विच है, किसी ने आख्या नहीं जी किसी खास थां ते है, किसी धर्म ने आख्या। पर गुरु नानक साहिब जी कहंदे ने, गुरु नानक देव पातशाह हे भाई ओ जिहड़ा एक परमेश्वर परमात्मा है ना, ओ सर्व व्यापक है, ओ हर थां ते मौजूद है। जिन्हों साहिब ने बाणी विच कहा, जय जय पेखो तह हजूर दूर कत हो ना जाई। रब रिहा सरबत्र में मन सदा ते आई। आओ एक ओंकार परमेश्वर एक है, वो सर्व व्यापक है। आओ एक ओंकार दी विचार आपां करन दा एक कोझा जा जिहड़ा यतन कीता है। इस दी पावन विचार बड़ी अद्भुती है, जिसनूं विचारिया नहीं जा सकदा, जिसनूं कथन नहीं कीता जा सकदा, बयान नहीं कीता जा सकदा। गुरबाणी विच अगे जाके महाराज कहणगे जेहों आखां, महाराज कहंदे ने मैं कह नहीं सकदा, बयान नहीं कर सकदा। जे मैं जान भी दवां ना ते तां भी उस परमेश्वर दे नाम नूं, परमेश्वर दी कायनात नूं, परमेश्वर दे गुणां नूं बयान नहीं कर सकदा। आओ एक ओंकार दी पावन विचार नाल असीं जुड़ना कीता है। कल नूं अगे जो ये मंगलाचरण दा अगे महाराज ने परमेश्वर दा परमात्मा दा गुण जो मुख गुण ने जिन्हां नूं बयान कीता है कि सतनाम करता पुरख निरभव निर्वैर अकाल मूरत अजूनी सहभंग गुर प्रसाद। अगे जिमें जिमें पातशाह अपनी मिर भरी छड़ी रखणगे, आपां रोजाना दे दीवानां विच विचारण करन दा यतन करांगे। एक ओंकार दी पावन विचार नूं आपां साझा कीता। गुरमुखो जे संसार दी गल करिए ना, देखो सानू गुरु नानक देव पातशाह जी ने एक ओंकार दे नाल जोड़िया। ये साडा बीज मंत्र है। जिवें बीज आपां किसे रुख दा एक बीज हुंदा है, ये बीज है साडा एक ओंकार। ते जे बीज ही ना होवेगा ते रुख किवें पैदा होवेगा। ये जे असीं एक ओंकार नाल जुड़ांगे तां साडा जीवन दा जिहड़ा मनोरथ है वो किवें पूरा होवेगा गुरसिखो। ते एक ओंकार नूं इस संसार विच गुरमुखो जे आपां साक्षात देखना होवे भी जिथे एक ओंकार नूं आराध्या जांदा है, जिथे एक ओंकार नूं ध्याया जांदा है। तुसीं जदों अंबाले तो दिल्ली वाल नूं जांदे हो ते रस्ते विच पानीपत आउंदा है। पानीपत दे नाल ही तुसीं सर्च करो गूगल ते पढ़ो इसराणा साहिब। इसराणा साहिब दी ओ पावन पवित्र धरती जिथे केवल कदे जंगल ही जंगल हुंदे सन। जदों एक महापुरुष रब्बी आत्मा उस सारी अपनी नौकरियां नूं छड्ड के, सारा कुछ छड्ड के, जिहड़ा परमेश्वर दे नाम दे विच मस्त होके जदों गुरमुखो बाद विच अड होया ना, हिंदुस्तान पाकिस्तान बनिया, वो पहला ही आ गए सन ते जंगल विच आके मंगल लाए। उन्होंने सारी जिंदगी
ਕੇਵਲ ਇੱਕ ਓੰਕਾਰ ਨੂੰ ਧਿਆਇਆ, ਕੇਵਲ ਇੱਕ ਓੰਕਾਰ ਨੂੰ। ਜਿਵੇਂ ਆਪਾਂ ਜਾਪ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ, ਜਾਂ ਆਪਾਂ ਮੂਲ ਮੰਤਰ ਦਾ ਜਾਪ ਜਾਂ ਕਿਸੇ ਸ਼ਬਦ ਦਾ ਜਾਪ, ਉਸ ਮਹਾਂਪੁਰਖਾਂ ਨੇ ਕੇਵਲ ਇੱਕ ਓੰਕਾਰ ਦਾ ਜਾਪ ਕੀਤਾ, ਜਿਨ੍ਹਾਂ ਨੂੰ ਆਪਾਂ ਸੰਤ ਬਾਬਾ ਸੰਤੋਖ ਸਿੰਘ ਜੀ ਦੇ ਨਾਮ ਨਾਲ ਜਾਣਦੇ ਹਾਂ। ਸਾਰੀ ਜ਼ਿੰਦਗੀ ਇੱਕ ਓੰਕਾਰ ਦਾ ਜਾਪ, ਤੇ ਅੱਜ ਵੀ ਉੱਥੇ ਇੱਕ ਓੰਕਾਰ ਦੀ ਹਾਜ਼ਰੀ ਲੱਗਦੀ ਹੈ। ਰੋਜ਼ਾਨਾ ਦੁਪਹਿਰ ਨੂੰ 1 ਵਜੇ ਇੱਕ ਓੰਕਾਰ ਦੀ ਹਾਜ਼ਰੀ ਲੱਗਦੀ ਹੈ, ਜਿੱਥੇ ਕੇਵਲ ਗੁਰਮੁਖੋ ਕੇਵਲ ਇੱਕ ਓੰਕਾਰ ਦੇ ਨਾਲ ਜੋੜਿਆ ਜਾਂਦਾ ਹੈ। ਇੱਕ ਓੰਕਾਰ ਨੂੰ ਸੰਭਾਲਿਆ ਤੇ ਇੱਕ ਓੰਕਾਰ ਨਾਲ ਜੁੜਨ ਦਾ ਸੰਗਤਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਅੱਜ ਉਹਨਾਂ ਦੀ ਰਹਿਮਨਾਈ ਹੇਠ ਜਿਹੜੇ ਸੰਗਤਾਂ ਨੂੰ ਇੱਕ ਓੰਕਾਰ ਨਾਲ ਜੋੜਦੇ ਨੇ, ਜਿਹੜੇ ਸਾਡੇ ਬਹੁਤ ਹੀ ਅਜੀਜ਼ ਨੇ ਉੱਥੇ ਮਹਾਂਪੁਰਸ਼, ਉਹਨਾਂ ਦੇ ਵੱਲੋਂ, ਜਿਨ੍ਹਾਂ ਵੱਲੋਂ ਇੱਕ ਓੰਕਾਰ ਦੇ ਨਾਲ ਜੋੜਿਆ ਜਾਂਦਾ ਹੈ, ਸਾਨੂੰ ਸਮੁੱਚੀ ਲੋਕਾਈ ਨੂੰ, ਜਿਹਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇੱਕ ਓੰਕਾਰ ਦੇ ਨਾਲ ਜੋੜਿਆ, ਉੱਥੇ ਹੁਣ ਮਹਾਂਪੁਰਸ਼ ਜਿਹੜੀ ਸੇਵਾ ਨਿਭਾ ਰਹੇ ਨੇ, ਸੰਤ ਬਾਬਾ ਖਾਲਸਾ ਰਾਜਿੰਦਰ ਸਿੰਘ ਜੀ। ਤੁਸੀਂ ਜਾਓ, ਜ਼ਰੂਰ ਦਰਸ਼ਨ ਕਰਿਓ। ਗੁਰਮੁਖੋ ਤੁਹਾਨੂੰ ਰੱਬੀ ਭਗਤੀ ਦਾ ਅਹਿਸਾਸ ਹੋਵੇਗਾ ਜਦੋਂ ਵੀ ਤੁਹਾਨੂੰ ਮੌਕਾ ਮਿਲੇ। ਇੱਕ ਵਾਰ ਜ਼ਰੂਰ ਦਰਸ਼ਨ ਕਰਿਓ। ਅਧਿਆਤਮਕ ਦੇ ਨਾਲ ਉਹ ਸਥਾਨ ਭਰਿਆ ਪਿਆ ਹੈ, ਜਿੱਥੇ ਰੱਬੀ ਬਾਣੀ ਦਾ ਰੋਜ਼ਾਨਾ ਇੱਕ ਓੰਕਾਰ ਦਾ ਜਾਪ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਅਸੀਂ ਇੱਕ ਓੰਕਾਰ ਦੇ ਨਾਲ ਜੁੜੀਏ, ਜੋ ਸਾਡਾ ਧੁਰਾ ਹੈ, ਸਾਡਾ ਮੁੱਖ ਅੰਗ ਹੈ, ਸਾਡਾ ਬੀਜ ਮੰਤਰ ਹੈ। ਇੱਕ ਓੰਕਾਰ ਦਾ ਸਿਮਰਨ ਕਰੀਏ, ਇੱਕ ਓੰਕਾਰ ਨੂੰ ਧਿਆਈਏ। ਇਹ ਸਾਡੀ ਜੀਵਨ ਦਾ ਅਸਲ ਮਕਸਦ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਹੀ ਅਗਲੀ ਪਾਵਨ ਵਿਚਾਰ ਜਿਹੜੀ ਹੈ ਅਗਲੇ ਦੀਵਾਨਾਂ ਵਿੱਚ ਸਤਿਗੁਰੂ ਜੀ ਕਰਵਾ ਲੈਣ। ਇਤਨੀਆਂ ਕੁ ਬੇਨਤੀਆਂ ਪ੍ਰਵਾਨ। ਭੁੱਲ ਚੁੱਕ ਦੀ ਖਿਮਾ। ਸਾਰੀ ਸੰਗਤਾਂ ਜੋ ਆਪ ਦੂਰੋਂ ਨੇੜਿਓਂ ਚੱਲ ਕੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਜੀਆਂ ਦੇ ਦਰ ਤੇ ਹਾਜ਼ਰੀਆਂ ਭਰ ਰਹੇ ਹੋ, ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ, ਰਹਿਮਤ ਸਦਕਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪ ਜੀਆਂ ਤੇ ਤਰਸ ਕੀਤਾ ਹੈ। ਵੱਡੇ ਭਾਗਾਂ ਦੇ ਨਾਲ ਗੁਰਮੁਖੋ ਸਤਿਗੁਰੂ ਜੀ ਦੇ ਦਰ ਦੀ ਹਾਜ਼ਰੀ, ਸਤ ਸੰਗਤ ਨਸੀਬ ਹੁੰਦੀ ਹੈ। ਤੇ ਅੱਜ ਤੋਂ ਜਿਹੜਾ ਹੈ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ ਸਤਿਗੁਰਾਂ ਜੀ ਦੇ ਤਰਸ ਨਾਲ ਆਰੰਭ ਹੋ ਚੁੱਕੀ ਹੈ, ਜਿਸਦਾ ਲਾਈਵ ਟੈਲੀਕਾਸਟ ਆਪ ਆਪਣੇ ਘਰਾਂ ਵਿੱਚ ਵੀ ਜਿਹੜਾ ਹੈ ਉਹ ਆਨੰਦ ਮਾਣ ਸਕਦੇ ਹੋ। ਜੋ ਅਕਾਲ ਸਹਾਏ ਟੀਵੀ ਜਿਹੜਾ ਹੈ, ਅਕਾਲ ਸਹਾਏ ਜਾਂ ਗੁਰਬਾਣੀ ਆਪ ਜੀ ਭਰੋਗੇ YouTube Facebook ਚੈਨਲ ਦੇ ਉੱਪਰ, ਤੇ ਆਪ ਜੀ ਜੋ ਹੈ YouTube ਰਾਹੀਂ ਅਤੇ Facebook ਰਾਹੀਂ ਇਸ ਪਾਵਨ ਸਥਾਨ ਤੋਂ ਜਿਹੜੀ ਹੈ ਉਹ ਵਿਚਾਰ ਲੜੀਵਾਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਅਤੇ ਸ਼ਾਮ ਦੇ ਦੀਵਾਨਾਂ ਦੀ, ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਹੁੰਦੀ ਹੈ ਲੜੀਵਾਰ। ਸੋ ਉਸ ਦੀ ਪਾਵਨ ਵਿਚਾਰ ਰੋਜ਼ਾਨਾ ਸ਼ਰਵਣ ਕਰ ਸਕਦੇ ਹੋ। ਅਕਾਲ ਸਹਾਇ ਗੁਰਬਾਣੀ ਦਿੱਲੀ ਵਿਖੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ, ਜੋ ਸ੍ਰੀ ਗੁਰੂ ਤੇਗ ਪਾਤਸ਼ਾਹ ਮਹਾਰਾਜ ਜੀ ਦੀ ਉਹ ਪਾਵਨ ਪਵਿੱਤਰ ਧਰਤੀ ਗੁਰਮੁਖੋ, ਜਿੱਥੇ ਮਹਾਰਾਜ ਨੇ ਸ਼ਹੀਦੀ ਦਿੱਤੀ, ਉਸ ਪਾਵਨ ਪਵਿੱਤਰ ਸਥਾਨ ਤੋਂ ਵੀ 24 ਘੰਟੇ ਜਿਹੜਾ ਲਾਈਵ ਹੈ ਉਹ ਅਕਾਲ ਸਹਾਇ ਟੀਵੀ ਉੱਪਰ ਜਿਹੜਾ ਹੈ ਆਪ ਜੀ ਦੇਖ ਸਕਦੇ ਹੋ। ਤੇ ਇਸ ਸਥਾਨ ਤੇ ਵੀ ਬਹੁਤ ਲੰਬੇ ਸਮੇਂ ਤੋਂ ਜਿਹੜੀ ਸੇਵਾ ਨਿਭਾ ਰਹੇ ਨੇ, ਇਸ ਚੈਨਲ ਦੀ ਸੰਗਤਾਂ ਦੀ ਗੁਰਬਾਣੀ ਦੇ ਨਾਲ ਜੋ ਸੇਵਾ ਨਿਭਾ ਰਹੇ ਨੇ, ਸਾਡੇ ਬਹੁਤ ਹੀ ਅਜੀਜ਼ ਸਾਡੇ ਵੀਰ, ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ, ਜਿਨ੍ਹਾਂ ਨੂੰ ਗਰੀਬ ਵੀਰ ਜੀ ਦੇ ਨਾਲ ਆਪਾਂ ਜਾਣਦੇ ਹਾਂ, ਅਤੇ ਉਹਨਾਂ ਦੀ ਸਮੁੱਚੀ ਟੀਮ ਜੋ ਸੇਵਾ ਨਿਭਾ ਰਹੀ ਹੈ। ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਰੋਜ਼ਾਨਾ ਆਪਣੇ ਘਰਾਂ ਦੇ ਵਿੱਚ ਵੀ ਗੁਰਬਾਣੀ ਕਥਾ ਦਾ
ਵਿਚਾਰ ਦਾ, ਕੀਰਤਨ ਦਾ ਆਨੰਦ ਇਸ ਸਥਾਨ ਤੋਂ ਮਾਣ ਸਕਦੇ ਹੋ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇਸ ਸਥਾਨ ਦੇ ਜੋ ਮੁੱਖ ਮੈਨੇਜਰ, ਮੁੱਖ ਸੇਵਾਦਾਰ ਮੈਨੇਜਰ ਸਰਦਾਰ ਅਰਸ਼ਦੀਪ ਸਿੰਘ ਜੀ ਵੱਲੋਂ ਆਪ ਸਾਰੀਆਂ ਸੰਗਤਾਂ ਦਾ ਜੋ ਸਤਿਗੁਰੂ ਜੀ ਦੇ ਪਾਵਨ ਦਰ ਤੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹੋ, ਅਤੇ ਜਿਹੜੀਆਂ ਸੰਗਤਾਂ, ਜਿਹੜੇ ਸੇਵਾਦਾਰ ਨਿਸ਼ਕਾਮ ਸੇਵਾਵਾਂ ਸਤਿਗੁਰੂ ਜੀ ਦੇ ਪਾਵਨ ਦਰ ਤੇ ਨਿਭਾ ਰਹੇ ਨੇ, ਸੋ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿਸ਼ੇਸ਼ ਉਪਰਾਲੇ ਵਜੋਂ ਸ਼੍ਰੀ ਨਾਢਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ 10ਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਸ਼੍ਰੀ ਨਾਢਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੋਂ ਜੋ ਵਿਸ਼ੇਸ਼ ਉਪਰਾਲਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਦੇਸ਼ ਵਿਦੇਸ਼ਾਂ ਦੀ ਸੰਗਤਾਂ ਲਈ ਕੀਤਾ ਹੈ, ਉਹ ਲਾਈਵ ਪ੍ਰਸਾਰਣ ਸੈਟੇਲਾਈਟ ਦੁਆਰਾ ਲਾਈਵ ਟੀਵੀ ਦੇ ਉੱਪਰ ਆਪ ਜੀ ਸਵੇਰੇ 3:15 ਵਜੇ ਤੋਂ ਸਵੇਰੇ 8 ਵਜੇ ਤੱਕ ਆਪਣੇ ਘਰਾਂ ਵਿੱਚ ਬੈਠ ਕੇ ਮਾਣ ਸਕਦੇ ਹੋ। ਚੈਨਲ ਦਾ ਨਾਮ ਹੈ ਵਰਲਡ ਪੰਜਾਬੀ ਟੀਵੀ। ਵਰਲਡ ਪੰਜਾਬੀ ਟੀਵੀ ਉੱਪਰ ਜੋ ਪਹਿਲਾਂ ਨਿਊਜ਼ ਚੈਨਲ ਸੀ, ਸੋਣ ਗੁਰਬਾਣੀ ਦੀ ਸੇਵਾ ਉਹ ਨਿਭਾ ਰਹੇ ਨੇ। ਸਵੇਰੇ 7 ਤੋਂ 8 ਵਜੇ ਉੱਥੇ ਕਥਾ ਹੁੰਦੀ ਹੈ। ਸ੍ਰੀ ਨਾਢਾ ਸਾਹਿਬ ਵਿਖੇ 7 ਤੋਂ 8 ਦਾ ਸਮਾਂ ਹੈ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵਿਦਵਾਨ ਸੱਜਣ ਆ ਕੇ ਗੁਰੂ ਕੇ ਪਿਆਰੇ ਗੁਰਬਾਣੀ ਦੀ ਵਿਚਾਰ ਕਰਦੇ ਨੇ। ਜਿਵੇਂ ਦਿੱਲੀ ਬੰਗਲਾ ਸਾਹਿਬ ਜਾਂ ਸ਼ੀਸ਼ਗੰਜ ਸਾਹਿਬ ਤੋਂ ਆਪ ਲਾਈਵ ਕਥਾ ਸੁਣਦੇ ਹੋ, ਇਸੇ ਤਰ੍ਹਾਂ ਸ੍ਰੀ ਨਾਢਾ ਸਾਹਿਬ ਦੀ ਪਾਵਨ ਧਰਤੀ ਤੋਂ ਵੀ ਉਹ ਪਾਵਨ ਚੰਜ ਜਿਹੜੀ ਹੈ ਵਿਚਾਰ ਗੁਰਬਾਣੀ ਦੀ ਉਹ ਆਰੰਭ ਹੋ ਚੁੱਕੀ ਹੈ। ਟੀਵੀ ਦੇ ਉੱਪਰ ਵਰਲਡ ਪੰਜਾਬੀ ਟੀਵੀ, ਕੇਵਲ, ਫਾਸਟਵੇ ਡਿਸ਼, ਟਾਟਾ ਸਕਾਈ ਸਾਰਿਆਂ ਦੇ ਉੱਤੇ 63 ਦੇਸ਼ਾਂ ਦੇ ਵਿੱਚ ਜੋ ਹੈ ਚੈਨਲ ਉਪਲਬਧ ਹੈ। ਸੰਗਤਾਂ ਆਨੰਦ ਮਾਣਦੀਆਂ ਨੇ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ 2 ਮਿੰਟ ਵਾਸਤੇ ਆਪਾਂ ਗੁਰਮੰਤਰ ਦੇ ਨਾਲ ਸਾਂਝ ਪਾਈਏ। ਉਸ ਤੋਂ ਪਹਿਲਾਂ ਅੱਜ ਆਪਾਂ ਬੀਜ ਮੰਤਰ ਦੇ ਨਾਲ ਸਾਂਝ ਪਾਵਾਂਗੇ, ਇੱਕ ਓੰਕਾਰ ਦੇ ਨਾਲ। ਅੱਜ ਆਪਾਂ ਇੱਕ ਓੰਕਾਰ ਦੀ ਵਿਚਾਰ ਨੂੰ ਸ਼ਰਵਣ ਕੀਤਾ ਹੈ। ਆਓ ਅੱਜ ਇੱਕ ਓੰਕਾਰ ਦਾ ਆਪਾਂ ਜਾਪ ਕਰਦੇ ਹਾਂ, ਜੋ ਸਾਡਾ ਬੀਜ ਮੰਤਰ ਹੈ। ਸਾਰੀ ਸੰਗਤਾਂ ਨੇ ਰਸਨਾ ਨੂੰ ਪਵਿੱਤਰ ਕਰਨਾ ਹੈ। ਇਹ ਹਾਲ ਗੂੰਜਣਾ ਚਾਹੀਦਾ ਹੈ, ਜਿਵੇਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਓੰਕਾਰ ਦਾ ਨਾਰਾ ਲਗਾਇਆ, ਇੱਕ ਓੰਕਾਰ ਉਚਾਰਨ ਕੀਤਾ ਤੇ ਸਾਰੇ ਪਾਸੇ ਗੂੰਜ ਉੱਠਿਆ। ਇਸੇ ਤਰ੍ਹਾਂ ਅੱਜ ਆਪਾਂ ਇੱਕ ਓੰਕਾਰ ਨੂੰ ਉਚਾਰਨ ਕਰੀਏ, ਇੱਕ ਓੰਕਾਰ ਦਾ ਜਾਪ ਕਰੀਏ ਤੇ ਇਹ ਜਿਹੜਾ ਹਾਲ ਹੈ ਇਹ ਗੂੰਜ ਉੱਠੇ ਸਾਡੀ ਰਸਨਾ ਦੇ ਨਾਲ, ਸਾਡੇ ਬਚਨਾਂ ਦੇ ਨਾਲ। ਇੱਕ ਓੰਕਾਰ ਸਾਰੀ ਸੰਗਤ ਨੇ ਰਸਨਾ ਨੂੰ ਪਵਿੱਤਰ ਕਰਨਾ ਹੈ। ਸਾਰੇ ਹੀ ਉਚਾਰਨ ਕਰੋ ਜੀ। ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ। ਸਾਰੀ ਸੰਗਤ ਕਰੋ ਕਿਰਪਾ ਜੀ। ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ। ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ। एको है पाई एको है, एको है पाई एको है। साहिब मेरा एको है, साहिब मेरा एको है। एक ओंकार, एक ओंकार, एक ओंकार, एक ओंकार।
अनेक है फिर एक है, अनेक है फिर एक है, अनेक अनेक है फिर एक है, अनेक है फिर एक है। एक ओंकार, एक ओंकार, एक ओंकार, एक ओंकार। सो इतनियां को बेनतियां प्रवान करनियां, भुल चुक दी खिमा, गुरमत विचारां करदियां एक नहीं बेअंत प्रकार दियां भुल्लां गलतियां हो गईयां हन। सतगुरु सच्चे पातशाह महाराज जी का कोटान कोट धन्नवाद है। श्री गुरु हरकृष्ण साहब महाराज जी का, जिन्हों ने तरस करके रहमत करके अपनी गोद विच बिठा के कथा करन दा मान बख्शिश किया होया इस पावन स्थान उपर सतगुरां जी का कोटान कोट धन्नवाद। इसे तरह सतगुरु जी कृपा करन हमेशा इस रसना दे नाल आप सिख संगतां दे गुरसिखां दे जोड़े झाड़ते रहिए ते उस परमेश्वर का नाम ध्याउंदे रहिए। सो आओ हुण साडे इस पावन स्थान दे हजूरी रागी जथा भाई साहब भाई कमलजीत सिंह जी बहुत ही प्यारा सोहना कीर्तन करते हैं। सो आप जी नूं गुरबाणी कीर्तन दे नाल जोड़नगे। आप सारियां ने गुरबाणी कीर्तन का आनंद मानना है। भुल चुक दी खिमा परवानो जी फतेह आखो। वाहिगुरू जी का खालसा वाहिगुरू जी की फतेह।